ਤੂੰ ਚਉ ਸੱਜਣ ਮੰਡਿਆ ਦੇ ਸਿਸ ਉਤਾਰ ਨੈਣ ਮਹਿੰਜੇ ਤਰਸਦੇ ਕਦ ਪੱਸੀ ਦੀਦਾਰ ਜੇ ਤੂੰ ਮਿੱਤਰ ਅਸਾਡੜਾ ਹਿਕ ਭੋਰੀ ਨਾ ਵਿਛੋੜ ਜਿਉ ਮਹਿੰਜਾ ਤਉ ਮੋਹਿਆ ਕਦ ਪੱਸੀ ਜਾਨੀ ਤੋਹੇ ਜੇ ਤੂੰ ਮਿੱਤਰ ਅਸਾਡੜਾ ਹਿਕ ਭੋਰੀ ਨਾ ਵਿਛੋੜ ਜਿਉ ਮਹਿੰਜਾ ਤਉ ਮੋਹਿਆ ਕਦ ਪੱਸੀ ਜਾਨੀ ਤੋਹੇ ਰਾਜਾ ਨਾ ਰਾਜ ਭਾਨਾ ਨਾ ਭਾਨ ਦੇਵਾ ਨਾ ਦੇਵ ਉਪਮਾ ਮਹਾਨ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦੇ ਨਾਲ ਜੋ ਇਸ ਸਮੇਂ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਗੁਰੂ ਨੇ ਕਿਰਪਾ ਕਰਕੇ ਆਪ ਹੀ ਆਪਣੇ ਚਰਨ ਕਮਲਾਂ ਨਾਲ ਜੋੜਿਆ ਹੋਇਆ ਹੈ। ਸੋ ਆਓ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ, ਕੁਝ ਕੁ ਸਮਾਂ ਆਪੋ ਆਪਣੀ ਮਤ ਸਿਆਣਪ ਨੂੰ ਤਿਆਗ ਕੇ ਸੁਰਤ ਜੋੜੀਏ ਗੁਰਦੇਵ ਦੇ ਚਰਨਾਂ ਦੇ ਅੰਦਰ। ਆਓ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ, ਆਪੋ ਆਪਣੀ ਹਾਜ਼ਰੀ ਲਵਾਈਏ, ਸਤਿਗੁਰਾਂ ਦੀ ਬਖਸ਼ਿਸ਼ ਦੁਹਰਾਈਏ, ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀਓ ਮਹਾਰਾਜ। ਬਚਨ ਕਰਦੇ ਨੇ ਸਿੱਖਾ ਚਾਰ ਪਾਤਸ਼ਾਹੀਆਂ ਨੂੰ ਧਿਆ ਲਿਆ। ਆਓ ਹੁਣ ਪੰਜਵੇਂ ਪਾਤਸ਼ਾਹ ਨੂੰ ਧਿਆਉਣਾ ਕਰੀਏ। ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮ ਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨਉ, ਸਿਮਰਉ ਸ੍ਰੀ ਹਰਿ ਰਾਏ। ਗੁਰੂ ਸਾਹਿਬ ਕਹਿਣ ਲੱਗੇ ਸਿਮਰ ਖਾਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ। ਸਮੂਹ ਸੰਗਤ ਗੁਰ ਸ਼ਬਦ ਦੇ ਅੰਦਰ ਹੀ ਜੀ ਸਾਡੀ ਸੁਰਤ ਹੋਵੇ। ਥੋੜਾ ਹੀ ਸਮਾਂ ਆਪਾਂ ਹਰ ਰੋਜ਼ ਗੁਰੂ ਦੇ ਸ਼ਬਦ ਵਿਚਾਰ ਨਾਲ ਜੁੜਦੇ ਹਾਂ। ਸਾਡੀ ਸੁਰਤ ਯਤਨ ਕਰੀਏ ਇੱਥੇ ਟਿਕੀ ਰਹੇ। ਮਾਤਾ ਦੀ ਅਸੀਸ ਦਾ ਸ਼ਬਦ ਜੋ ਕੱਲ ਆਪਾਂ ਆਰੰਭਿਆ ਸੀ ਰਹਾਉ ਤੱਕ, ਉਸ ਸ਼ਬਦ ਨੂੰ ਆਪਾਂ ਵਾਚਿਆ ਜਿਸ ਵਿੱਚ ਸੀ ਪੁੱਤਰ। ਜਿਸ ਪਰਮਾਤਮਾ ਦਾ ਨਾਮ ਸਿਮਰਦਿਆਂ ਸਾਰੇ ਪਾਪ ਨਾਸ ਹੋ ਜਾਂਦੇ ਨੇ। ਪੁੱਤਰ ਜਿਸ ਦਾ ਨਾਮ ਸਿਮਰਦਿਆਂ ਪਿਤਰਾਂ ਦਾ ਉਧਾਰ ਵੀ ਹੋ ਜਾਂਦਾ ਹੈ। ਇੱਥੇ ਸ਼ਬਦ ਆਇਆ ਹੈ ਜਿਸ ਸਿਮਰਤ ਸਭ ਕਿਲ ਵਿਖ ਨਾਸੇ, ਪਿਤਰੀ ਹੋਏ ਉਧਾਰੋ। ਪਿਤਰੀ ਦਾ ਅਰਥ ਹੈ ਜੀ ਬਹੁ ਬਚਨ। ਤੇਰੇ ਸਾਰੇ ਪਿਤਰਾਂ ਦਾ ਉਧਾਰ ਹੋ ਜਾਏਗਾ ਸਿਮਰ ਖਾਂ। ਫਿਰ ਬਚਨ ਕਰਿਆ
ਸੋ ਹਰ ਹਰ ਤੁਮ ਸਦ ਹੀ ਜਾਪੋ, ਉਹਨੂੰ ਜਪੀ ਬੇਟਾ ਜਿਹਦੇ ਕਦੇ ਵੀ ਅੰਤ ਨਹੀਂ ਹੋ ਸਕਦਾ, ਜਿਹੜਾ ਪਰਮਾਤਮਾ ਆਦ ਮੱਧ ਤੇ ਅੰਤ ਤੋਂ ਰਹਿਤ ਹੈ। ਇਹ ਜੀ ਅਸੀਸ ਦਿੱਤੀ ਹੈ ਮਾਂ ਨੇ। ਪੂਤਾਂ ਮਾਤਾ ਕੀ ਆਸੀਸ, ਆਸੀਸ ਕੀਏ ਪੁੱਤਰ ਤੈਨੂੰ, ਤੇਰੀ ਮਾਂ ਦੀ ਅਰਜਨ ਦੇਵ ਤੈਨੂੰ ਅਸੀਸ ਹੈ। ਗੁਰੂ ਜੀ ਕਿਹੜੀ ਅਸੀਸ ਦਿੱਤੀ ਹੈ ਮਾਂ ਨੇ? ਕਹਿਣ ਲੱਗੇ ਪੁੱਤਰ ਇੱਕ ਅਸੀਸ ਹੈ, ਨਿਮਖ ਨਾ ਬਿਸਰੋ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼। ਇੱਕ ਤਿਲ ਮਾਤਰ ਵੀ ਤੈਨੂੰ ਪਰਮਾਤਮਾ ਦਾ ਨਾਮ ਵਿਸਰੇ ਨਾ। ਫਿਰ ਕਹਿਣ ਲੱਗੇ ਪੁੱਤਰ ਸਤਿਗੁਰੂ ਤੁਮਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਜਿਹੜੀ ਤੇਰੀ ਸੰਗਤ ਹੈ ਬੇਟਾ ਉਹ ਸਦਾ ਸਤ ਸੰਗੀਆਂ ਨਾਲ ਹੋਵੇ। ਅਤੇ ਗੁਰੂ ਨਾਨਕ ਦੀ ਕਿਰਪਾ ਤੇਰੇ ਤੇ ਇੰਨੀ ਵਰਸੇ, ਤੂੰ ਸਤ ਦੀ ਸੰਗਤ ਨੂੰ ਛੱਡ ਕੇ ਮਾੜੀ ਸੰਗਤ ਦੇ ਨੇੜੇ ਦੀ ਨਾ ਲੰਘੇ। ਸਤਿਗੁਰ ਤੁਮਕੋ ਹੋਏ ਦਿਆਲਾ, ਸਤਿਗੁਰ ਸਤ ਸੰਗ ਤੇਰੀ ਪ੍ਰੀਤ, ਮਾਂ ਦੀ ਅਸੀਸ। ਜੋ ਮਾਂ ਅਸੀਸ ਦੇ ਰਹੀ, ਅਸਲ ਵਿੱਚ ਮਾਂ ਨੂੰ ਅਸੀਸ ਦੇਣੀ ਹੋਈ ਇਹੋ ਜਿਹੀ ਚਾਹੀਦੀ ਹੈ। ਜੋ ਹੁਣ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਫਰਮਾਉਂਦੇ ਪਏ ਨੇ। ਫਿਰ ਕਹਿਣ ਲੱਗੇ ਬੇਟਾ ਜਿਹੜਾ ਤੂੰ ਕੱਪੜਾ ਪਾਉਣਾ ਹੈ, ਕਾਪੜ ਪਤ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਤ। ਬੇਟਾ ਜਿਹੜਾ ਤੇਰਾ ਕੱਪੜਾ ਹੈ, ਜਿਵੇਂ ਕੱਪੜਾ ਰੂਪੀ ਇੱਜ਼ਤ ਮਨੁੱਖ ਦਾ ਪਰਦਾ ਢੱਕਦਾ ਹੈ, ਤਿਵੇਂ ਹੀ ਪਰਮਾਤਮਾ ਦਾ ਨਾਮ ਲਈ ਤੇਰੀ ਇੱਜ਼ਤ ਦੇ ਪਰਦੇ ਵੀ ਢੱਕੇਗਾ। ਸਦਾ ਪਰਮਾਤਮਾ ਦੀ ਸਿਫਤ ਸਲਾਹ ਅਤੇ ਉਹਦਾ ਕੀਰਤਨ ਹੀ ਤੇਰਾ ਭੋਜਨ ਹੋਣਾ ਚਾਹੀਦਾ ਹੈ। ਬੇਟਾ ਫਿਰ ਸੁਣ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅਨੰਤ ਅਨੰਤਾ। ਹੇ ਪੁੱਤਰ ਆਤਮਕ ਜੀਵਨ ਦੇਣ ਵਾਲਾ ਸਦਾ ਹੀ ਜਲ ਰੂਪੀ ਅੰਮ੍ਰਿਤ ਨੂੰ ਪੀਣਾ ਕਰੀ। ਸਦਾ ਲਈ ਤੇਰਾ ਉੱਚਾ ਆਤਮਕ ਜੀਵਨ ਇੰਜ ਬਣਿਆ ਰਵੇ। ਹੇ ਪੁੱਤਰ ਪਰਮਾਤਮਾ ਦਾ ਸਿਮਰਨ ਕੀਤਿਆਂ ਅਮੁੱਕ ਆਨੰਦ ਪ੍ਰਾਪਤ ਹੁੰਦਾ ਹੈ। ਫਿਰ ਬਚਨ ਕਰਦੇ ਨੇ ਮੇਰੇ ਪੁੱਤਰ ਰੰਗ ਤਮਾਸ਼ਾ ਪੂਰਨ ਆਸਾ, ਕਬਹੁ ਨਾ ਵਿਆਪੈ ਚਿੰਤਾ। ਹੁਣ ਰੰਗ ਤਮਾਸ਼ਾ ਹੈ ਜਿਹਨੇ ਵੀ ਨੱਚਣਾ ਗਾਉਣਾ ਆਦਿਕ। ਇੱਥੇ ਰੰਗ ਤਮਾਸ਼ੇ ਦਾ ਅਰਥ ਹੈ ਬੇਟਾ ਆਤਮਕ ਖੁਸ਼ੀਆਂ ਜਿਹੜੀਆਂ ਮਿਲਦੀਆਂ ਨੇ ਉਹ ਤੈਨੂੰ ਸਦਾ ਹੀ ਪ੍ਰਾਪਤ ਰਹਿਣ। ਸਭ ਆਸਾਂ ਤੇਰੀਆਂ ਬੇਟਾ ਪੂਰੀਆਂ ਹੋਣ। ਰੰਗ ਵਿੱਚ ਰਤਿਆ ਰਹੀ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਅੰਦਰ ਜਾ ਬੇਟਾ, ਤੇਰੀਆਂ ਸਾਰੀਆਂ ਹੀ ਮਨੋਕਾਮਨਾ ਪੂਰੀਆਂ ਹੋਣਗੀਆਂ। ਫਿਰ ਕਹਿਣ ਲੱਗੇ ਬੇਟਾ ਭਵਰ ਤੁਮਾਰਾ ਇਹੋ ਮਨ ਹੋਵੋ, ਤੇਰਾ ਮਨ ਇੱਕ ਭੌਰਾ ਬਣ ਜਾਏ ਅਤੇ ਉਸ ਪਰਮਾਤਮਾ ਦਾ ਨਾਮ ਚਰਨ ਬਣ ਜਾਣ, ਉਹ ਬਣ ਜਾਣ ਕੰਵਲ ਫੁੱਲ ਅਤੇ ਤੇਰਾ ਮਨ ਭੌਰਾ ਬਣ ਜਾਏ। ਤੂੰ ਉਹਨਾਂ ਕੰਵਲ ਫੁੱਲਾਂ ਤੇ ਹੀ ਆਪਣਾ ਵਾਸ ਕਰੇ। ਭਵਰ ਤੁਮਾਰਾ ਇਹੋ ਮਨ ਹੋਵੋ, ਹਰ ਚਰਣਾ ਹੋਵੋ ਕੌਲਾ। ਨਾਨਕ ਦਾਸ ਉਨ ਸੰਗ ਲਪਟਾਇਓ, ਜੋ ਬੂੰਦੇ ਚਾਤਰਖ ਮੌਲਾ। ਕਹਿਣ ਲੱਗੇ ਬੇਟਾ ਪਰਮਾਤਮਾ ਦਾ ਸੇਵਕ ਉਹਨਾਂ ਚਰਨਾਂ ਨਾਲ ਇਉਂ ਲਪਟਾਇਆ ਰਹਿੰਦਾ ਹੈ ਜਿਵੇਂ ਪਪੀਹਾ ਵਰਖਾ ਦੀ ਬੂੰਦ ਪੀ ਕੇ ਖਿੜਦਾ ਹੈ। ਹੁਣ ਜਦੋਂ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਮਾਂ ਦੀ ਅਸੀਸ ਲਈ, ਦੇਖੋ ਜੀ ਘਰ ਦੇ ਵਿੱਚੋਂ ਮਾਂ ਦੀ ਅਸੀਸ, ਪਿਤਾ ਦੀ ਅਸੀਸ, ਬਾਹਰਲੀ ਸਾਧ ਸੰਗਤ ਮਿਲ ਜਾਏ, ਇਨਸਾਨ ਕਹਿੰਦਾ ਫਿਰ ਪਰਮਾਤਮਾ ਹੀ ਇਸ ਨੂੰ ਵਡਿਆਈ ਦਿੰਦਾ। ਦੀਨ ਦੁਨੀਆ 'ਚ ਕੋਈ ਮਨੁੱਖ ਨਹੀਂ ਇਹਦੀ ਵਡਿਆਈ ਦੇ ਗੁਣ ਗਾ ਸਕੇ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਫਰਮਾਉਂਦੇ ਨੇ ਆਪਾਂ ਆਧਾਰ ਬਣਾਏ ਸ਼ਬਦ ਦਾ, ਇਸ ਆਧਾਰ ਤੇ ਹੀ ਆਪਾਂ ਚੱਲਣਾ ਹੈ। ਤੇ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜਦੋਂ ਬਚਨ ਕਰਦੇ ਨੇ ਐ ਪਰਮਾਤਮਾ ਤੂੰ ਮੇਰਾ ਸੱਜਣ ਹੈ, ਜਦੋਂ ਉਹਨਾਂ ਨੇ ਮਾਰੂ ਦੱਖਣੇ ਦੇ ਅੰਦਰ ਆਪਣੇ ਸ਼ਬਦ ਦਰਜ ਕੀਤੇ ਨੇ ਗੁਰੂ ਗ੍ਰੰਥ ਸਾਹਿਬ ਅੰਦਰ, ਇਹਨਾਂ ਦੀ ਵੀ ਗੁਰਬਾਣੀ 30 ਰਾਗਾਂ ਅੰਦਰ ਹੈ, ਉਹ ਅੱਗੇ ਸਮਝ ਕਰਨੀ ਹੈ ਆਪਾਂ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਚਨ ਕਰਨ ਲੱਗੇ ਪਰਮਾਤਮਾ ਜੀ
ਤੂੰ ਚਾਓ ਸੱਜਣ ਮੈਂਡਿਆ ਦੇਈ ਸਿਸ ਉਤਾਰ। ਸਾਰਾ ਜੀ ਸਾਰਾ ਇਹਦਾ ਸਾਰਾ ਜਿਹੜਾ ਹੈ ਇਹਨਾਂ ਅੰਦਰ ਰੂਹਾਨੀਅਤ ਮਾਂ ਤੋਂ ਹੀ ਸ਼ੁਰੂ ਹੋਈ ਹੈ, ਕਿਉਂਕਿ ਉਹਨਾਂ ਨੇ ਬੇਟਾ ਬੇਟਾ ਕਰਕੇ, ਪੁੱਤਰ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਇਹਨਾਂ ਦੇ ਹਿਰਦੇ ਰੂਪੀ ਨੀਹਾਂ ਵਿੱਚ ਪਾ ਕੇ ਇਹਨਾਂ ਨੂੰ ਬਲਵਾਨ ਕਰ ਦਿੱਤਾ ਹੈ। ਕਹਿਣ ਲੱਗੇ ਇਹ ਮੇਰੇ ਬੇਟਾ, ਮੇਰੇ ਸੱਜਣ, ਸਦਾ ਇਸ ਨਾਮ ਨੂੰ ਕਦੇ ਨਾ ਭੁੱਲੀ। ਹੁਣ ਗੁਰੂ ਅਰਜਨ ਸਾਹਿਬ ਜੀ ਦੇ ਸ਼ਬਦ ਕਹਿਣ ਲੱਗੇ ਤੂੰ ਚਾਓ ਸੱਜਣ ਮੈਂਡਿਆ ਦੇਈ ਸਿਸ ਉਤਾਰ। ਇਹ ਮੇਰੇ ਸੱਜਣ ਤੂੰ ਆਖ ਖਾਂ, ਜੇ ਤੂੰ ਆਖੇ ਮੈਂ ਆਪਣਾ ਸਿਰ ਕੱਟ ਕੇ, ਅਰਜੁਨ ਦਾ ਸਿਰ ਕੱਟ ਕੇ ਤੇਰੇ ਚਰਨਾਂ ਵਿੱਚ ਭੇਟ ਕਰਦੇ ਆ ਪ੍ਰਮਾਤਮਾ ਜੀ। ਤੂੰ ਚਾਓ ਤੂੰ ਦੱਸ ਖਾਂ। ਚਾਓ ਦਾ ਅਰਥ ਹੈ ਤੂੰ ਦੱਸ ਮੇਰੇ ਪਿਆਰੇ, ਮੇਰੇ ਸੱਜਣ ਮੈਂਡਿਆ, ਹੇ ਮੇਰੇ ਸੱਜਣ ਦੇਈ ਮੈਂ ਸੀਸ ਉਤਾਰ ਕੇ ਤੇਰੇ ਚਰਨਾਂ ਤੇ ਰੱਖ ਦਿਆਂ ਮਾਂ ਦੀ ਅਸੀਸ ਦਾ ਸਾਰੇ ਦਾ ਸਾਰਾ ਫਲ। ਤੂੰ ਚਾਓ ਸੱਜਣ ਮੈਂਡਿਆ ਦੇਈ ਸਿਸ ਉਤਾਰ, ਨੈਣ ਮਹਿੰਜੇ ਤਰਸਦੇ ਕਦ ਪੱਸੀ ਦੀਦਾਰ। ਮੇਰੇ ਨੈਣ ਪਏ ਤਰਸਦੇ ਨੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ, ਪਰਮਾਤਮਾ ਜੀ ਮੇਰੇ ਨੈਣ ਪਏ ਤਰਸਦੇ ਨੇ, ਕਦੋਂ ਤੁਹਾਡਾ ਦੀਦਾਰ ਹੋਵੇਗਾ। ਫਿਰ ਦੂਜੇ ਬਚਨ ਅੰਦਰ ਰੱਖਿਆ, ਕਹਿਣ ਲੱਗੇ ਐ ਮੇਰੇ ਮਿੱਤਰ, ਮੇਰੇ ਸਤਿਗੁਰੂ, ਜੇ ਤੂੰ ਮਿੱਤਰ ਅਸਾਡੜਾ, ਜੇ ਤੂੰ ਮੇਰਾ ਮਿੱਤਰ ਹੈ ਨਾ ਤੇ ਮਿੱਤਰ ਕਦੇ ਛੱਡ ਕੇ ਨਹੀਂ ਜਾਂਦਾ। ਜੇ ਤੂੰ ਮਿੱਤਰ ਅਸਾਡੜਾ ਹਿਕ ਭੋਰੀ ਨਾ ਵਿਛੋੜ। ਜੇ ਤੂੰ ਮੇਰਾ ਮਿੱਤਰ ਹੈ ਤੇ ਤੂੰ ਮੈਨੂੰ ਇੱਕ ਰੱਤਾ ਭਰ ਵੀ ਆਪਣੇ ਨਾਲੋਂ ਦੂਰ ਨਾ ਕਰੀ, ਮੈਨੂੰ ਵਿਛੋੜੀ ਨਾ। ਐ ਮੇਰੇ ਨਾਮ, ਜੇ ਤੂੰ ਮਿੱਤਰ ਅਸਾਡੜਾ ਹਿਕ ਭੋਰੀ ਨਾ ਵਿਛੋੜ। ਜਿਉ ਮਹਿੰਜਾ ਤੋਂ ਮੋਹਿਆ ਕਦ ਪੱਸੀ ਜਾਨੀ ਤੋਹੇ। ਮੇਰੀ ਜਿੰਦ ਨੂੰ ਆਪਣੇ ਪਿਆਰ ਵਿੱਚ ਮੋਹ ਲਈ ਮੇਰੇ ਪਿੱਤਰਾ। ਹੁਣ ਹਰ ਵੇਲੇ ਮੈਨੂੰ ਤੇਰੀ ਨਾਮ ਦੀ ਤਾਂਘ ਰਹਿੰਦੀ ਹੈ ਅਰਜਨ ਪਿਆਰੇ। ਮੈਂ ਕਦੋਂ ਵੇਖਾਂ, ਮੈਨੂੰ ਤਾਂਘ ਲੱਗੀ ਰਹਿੰਦੀ ਹੈ ਮੇਰੇ ਪਿਆਰੇ, ਮੈਂ ਤੈਨੂੰ ਕਦੋਂ ਵੇਖਾਂ, ਕਦੋਂ ਤੇਰੇ ਦੀਦਾਰ ਕਰਾਂ। ਫਿਰ ਉਹਨਾਂ ਦੇ ਸ਼ਬਦ ਆਉਂਦੇ ਨੇ, ਸਤਿਗੁਰੂ ਐ ਮੇਰੇ ਮਾਲਕ ਤੇਰਾ ਮੂੰਹ ਕਿਹੋ ਜਿਹਾ ਹੈ, ਮੈਂ ਤੇਰਾ ਮੂੰਹ ਦੇਖਣ ਦਾ ਬੜਾ ਹੀ ਚਾਹਵਾਨ ਹਾਂ, ਮੈਨੂੰ ਅੱਜ ਦਰਸ਼ਨ ਦੇ। ਫਿਰ ਕਹਿਣ ਲੱਗੇ ਮਾਇਆ ਦੇ ਮੋਹ 'ਚ ਫਸ ਕੇ ਮੇਰਾ ਹਾਲ ਬਹੁਤ ਭੈੜਾ ਹੋ ਗਿਆ ਹੈ, ਮੈਂ ਭਟਕਦਾ ਫਿਰਦਾ, ਪਰ ਜਦੋਂ ਤੇਰਾ ਨਾਮ ਮੇਰੇ ਮੁਖ ਵਿੱਚ ਪੈਂਦਾ ਹੈ, ਜਦੋਂ ਤੇਰੇ ਦਰਸ਼ਨ ਮੈਂ ਆਪਣੇ ਅੱਖਾਂ ਨਾਲ ਕਰ ਲੈਂਦਾ ਹਾਂ ਤਾਂ ਮੇਰਾ ਮਾਇਆ ਤੋਂ ਮੋਹ ਹਟ ਜਾਂਦਾ ਹੈ ਤੇ ਮੈਂ ਤ੍ਰਿਪਤ ਹੋ ਜਾਂਦਾ ਹਾਂ। ਕਹਿਣ ਲੱਗੇ ਪ੍ਰਮਾਤਮਾ ਜੀ, ਹੁਣ ਘਰ ਦਾ ਮਾਲਕ, ਪਤਨੀ ਦਾ ਪਤੀ ਕਿਤੇ ਵਿਦੇਸ਼ ਗਿਆ ਹੋਵੇ, ਜਦੋਂ ਵਾਪਸ ਪਰਤਣ ਦੀ ਤਿਆਰੀ ਹੁੰਦੀ ਹੈ, ਘਰ ਦਾ ਮਾਲਕ ਜਦੋਂ ਮੁੜਦਾ ਹੈ, ਘਰ ਦੇ ਮਾਲਕ ਦੇ ਬੈਠਣ ਲਈ ਇੱਕ ਆਸਨ ਤਿਆਰ ਕੀਤਾ ਜਾਂਦਾ ਹੈ। ਸੁਭਾਏਮਾਨ ਆਸਨ ਹੁੰਦਾ ਹੈ, ਇੱਕ ਸੇਜ ਹੁੰਦੀ ਹੈ। ਤੇ ਐ ਮੇਰੇ ਪ੍ਰਮਾਤਮਾ ਜੀ, ਮੂੰਹ ਥਿਆਉ ਸੇਜ ਨੈਣਾ ਪਿਰੀ ਵਿਛਾਵਣਾ। ਮੈਂ ਬਸਤਰ ਨਾ ਵਿਛਾਉਣਾ, ਮੈਂ ਕੋਈ ਅਲੱਗ ਤਰੀਕੇ ਨਾਲ ਤੇਰਾ ਤਖਤ ਨਹੀਂ ਲਾਉਣਾ। ਐ ਮੇਰੇ ਪ੍ਰਮਾਤਮਾ ਜੀ, ਮੈਂ ਸੁਣਿਆ ਹੈ ਪਤੀ ਪਰਮੇਸ਼ਵਰ ਨੂੰ ਪਤਨੀ ਉਸ ਆਸਨ ਤੇ ਬਿਠਾਉਂਦੀ ਹੈ ਜਿਹੜਾ ਆਸਨ ਅੱਤ ਦਾ ਮੁਲਾਇਮ ਹੁੰਦਾ ਹੈ, ਅਤੇ ਮੇਰੇ ਸਰੀਰ ਦੇ ਵਿੱਚ ਸਭ ਤੋਂ ਜ਼ਿਆਦਾ ਮੁਲਾਇਮ ਹਨ ਮੇਰੀ ਅੱਖਾਂ ਦੀਆਂ ਪੁਤਲੀਆਂ। ਤੇ ਐ ਮੇਰੇ ਪ੍ਰਮਾਤਮਾ ਜੀ, ਇੱਕ ਵਾਰੀ ਹੁਕਮ ਕਰ, ਤੂੰ ਆ ਤਾਂ ਸਹੀ। ਮੈਂ ਆਪਣੇ ਹਿਰਦੇ ਨੂੰ ਪ੍ਰਭੂ ਪਤੀ ਦੇ ਬਿਰਾਜਣ ਵਾਸਤੇ ਸੇਜ ਬਣਾ ਰੱਖੀ ਹੈ। ਉਹ ਸੇਜ ਕਿਹੜੀ ਹੈ? ਆਪਣੇ ਅੱਖਾਂ ਦੀ ਸੇਜ ਦਾ ਵਿਛਾਉਣਾ ਵਿਛਾਇਆ ਹੈ, ਆਪਣੇ ਅੱਖਾਂ ਦੀਆਂ ਪੁਤਲੀਆਂ ਵਿਛਾ ਦਿੱਤੀਆਂ, ਕਿਉਂਕਿ ਉਹ ਅੱਤ ਦੀਆਂ ਮੁਲਾਇਮ ਨੇ। ਮੈਂ ਆਪਣੇ ਪਤੀ ਲਈ ਪਲੰਗ ਬਣਾਉਣੀ ਹਾਂ, ਅਤੇ ਪਲੰਗ ਤੇ ਜਿਹੜਾ ਮੈਂ ਕੱਪੜਾ ਵਿਛਾਇਆ ਹੈ, ਕਹਿਣ ਲੱਗੇ ਅੱਖਾਂ ਦਾ ਪਲੰਗ ਪੋਸ਼ ਮੈਂ ਵਿਛਾ ਦਿੱਤਾ ਹੈ ਮੇਰੇ ਪ੍ਰਮਾਤਮਾ। ਸਭ ਤੋਂ ਜ਼ਿਆਦਾ ਮੁਲਾਇਮ ਹੀ ਆ ਨੇ। ਤੂੰ ਮੁਲਾਇਮ ਆਸਨ ਤੇ ਬੈਠਾ, ਆਲਾ ਤੇਰਾ ਆਸਨ ਤਿਆਰ ਕੀਤਾ ਹੈ। ਜੇ ਦੇਖਿਆ ਇੱਕ ਵਾਰ ਤਾਂ ਸੁਖ ਕੀਮਾ ਹੂੰ ਬਾਹਰੇ। ਜੇ ਤੂੰ ਮੇਰੇ ਕੋਲੇ ਇੱਕ ਵਾਰ ਦੇਖ ਲਵੇਂ ਤੇ ਦੁਨੀਆ ਦੀ ਤਾਂ ਕੀ। ਕਹਿਣ ਲੱਗੇ ਪੰਚਮ ਪਾਤਸ਼ਾਹ
जे देखै हिक वार तां सुख खीमा हूँ बाहरे। जदों एक वारी मेरे वल तकदा है मैनू अजिहे सुख अनुभव हो जाते ने जिन्हां दा मुल सारी दुनिया भी नहीं पा सकती। ਜਿਹੜੇ कदे किसी भी जीव किड्डा भी पैगंबर इसका कीमत नहीं पा सकता जदों वो मेरे को प्यारा मेरा मैनू तकदा है मैनू देखदा है। फिर उन्होंने बचन किए ओहा प्रेम प्री अर्जन दस चाहिदा की है तेनों। मां की असीस नाल इत्थों तक पहुंचे ने आपां शब्द का एक जदों पुछया अर्जन चाहिदा की है ते बचन होए गुरु अर्जन देव साहब दे ओहा प्रेम प्री मैनू तां प्यारे प्रभु का नाम ही चाहिए और कुछ नहीं। हुण आपां कहने भी अनक तरीके दे माणक महल दस चाहिए की है। कहने लगे कनक माणक गज मोतियन लालन नाहा नाहा नहीं मैनू नहीं चाहिए। की कहने लगे प्रभु दे नाम दे टाकरे ते सोना मोती वड्डे वड्डे हीरे वड्डे वड्डे महल एक बारी नहीं ना क्या उन्होंने बचन इत्थे आया कनक माणक गज मोतियन लालन नै ना नहीं तीन बारी ना कर दी है। मैनू नहीं चाहिए क्योंकि जे इन्हां च आ गया तेरा नाम भुल जाएगा। मैनू इन्हां विच भी मैं बड़ा खुब के रह जावांगा। जो खुब के बंदा रह जाता है फिर किते चेते आउंदा नितने। फिर उन्होंने बचन किया कि राज भाग ना परमात्मा जी राज भाग नहीं जिवें कनक मानक गज मोतियन लालन न है ना नहीं उवें ही राज ना भाग ना हुक्म ना साधन। राज भी नहीं चाहिए भाग भी नहीं चाहिए। प्रभु दे नाम दे थां ते तां ना ही राज टिक सकता है ना ही भाग टिक सकता है ना ही पदार्थ टिक सकते ने। आ झूठियां हुकूमतां मारे तुरे फिरदे आ वाह वाह कराउंदे असल विच बेनती है नाल तां वाह गुरु ही जांदा हुंदा है। ना राज ना भाग ना पदार्थ अते ना ही हुकूमत ना ही स्वादले पदार्थ तेरे नाम की बराबरी कर सकते हैं। कहने लगे किछ किछ ना चाहिए कुछ भी नहीं चाहिए मैनू। फिर चरणन संतन चरणन शरणन संतन बंधन जेड़ा मैनू चाहिए है मैनू वो दे। की चाहिए है कहने लगे संत जना दे चरण संत जना दे चरण उन्हां दे नमस्कार मैं सदा ही करदा रहां। सुखो सुख पाही इस विच मैं सुख ही सुख नूं आनंद समझांगा। नानक तपत हरी हे नानक वो मन विचों तृष्णा की सड़ांध दूर कर दिंदा। मां की असीस रंग ले मिले प्रेम प्री जे प्यारे प्रभु मैंने मिल जाए इन्हां जिहड़े पदार्थ गिना के आए इन्हां दे टाकरे दे विच कहन लगे परमात्मा दे टाकरे दे विच आ सारे दे सारे कोई भी चीज़ नहीं टिक सकती। बचन होया दर्शन प्यासी दिन सरात चितवो अन दिन नीत खोल कपट गुर मिलिया नानक हर संग मीत। ते नाल दी नाल उन्होंने एक होर बचन किया जे हल्का हुंदा कोई इत्थे कि हुंदा कोई हल्का गुरु उन्हें कहना सी जिन्ने मैं बचन कर चुकिया जिन्नी निम्रता मेरे च होर कोई हो ही नहीं सकता। धन गुरु ग्रंथ साहिब दे फिर बचन किए गुरु अर्जन साहब ने कहन लगे परमात्मा जी यार वे हिकड़ू हिक चाड़े हों किस चितेहियां। तेरे जड़े यार ने तेरे जड़े मित्र ने परमात्मा जी एक तो एक ने ते मैं उन्हां दी गिणती विच एक भी नहीं आउंदा। मैं एक भी नहीं उन्हां दी गिणती विच मैं आ ही नहीं रहा। यार वे हिकड़ू हिक चाड़े हों किस चितेहियां एक तो एक तेरिया सोहणियां अते सोहणे मुख वाले तेरे नाम जपन वाले ने है मेरे परमात्मा जी उन्हां दे विच मैं एक भी नहीं। दिन एक घड़ी दिन समोको बहुत दिहारे मन नहीं रहे कैसे मिलों प्यारे। हुण मां का जो शब्द है अज का जो विचार चल रही है उस दे उपर ही आ आधार है जी। जे मां एक असीस दिंदी है पुत नूं इत्थे की हुंदा है सब तो पहला कापड़ पत परमेश्वर राखी। जे अज दी मां कहन लगे इस नूं शब्द नूं चेते कर ले जी। इस शब्द नूं गुरु अर्जन साहब कहन लगे चेते कर ले अगे देखांगे शब्द का सारा असर की है।
ਹੁਣ ਆਪਾਂ ਕਹਿੰਦੇ ਹਾਂ ਵੀ ਸਾਡੇ ਵਿਰਸੇ ਦੇ ਹਿਸਾਬ ਨਾਲ ਬੱਚੇ ਕੋਈ ਕੱਪੜਾ ਨਹੀਂ ਪਾਉਂਦਾ, ਸਾਡੇ ਵਿਰਸੇ ਦੇ ਹਿਸਾਬ ਦੇ ਨਾਲ, ਸਾਡੀ ਮਰਿਆਦਾ ਦੇ ਹਿਸਾਬ ਦੇ ਨਾਲ ਬੱਚਾ ਖਾਂਦਾ ਨਹੀਂ, ਆਹ ਮਲੇਸ਼ ਖਾਂਦਾ ਹੈ, ਆਹ ਗੰਦਗੀ ਖਾਂਦਾ ਹੈ, ਤੇ ਮਾਤਾ ਪਿਤਾ ਨੂੰ ਪਸੰਦ ਨਹੀਂ ਹੁੰਦੇ, ਸਾਡੇ ਲਾਇਕ ਨਹੀਂ ਹੁੰਦੇ, ਉਹ ਚੀਜ਼ਾਂ ਅਸੀਂ ਖਾ ਲੈਂਦੇ ਹਾਂ। ਤੇ ਮਾਂ ਦਾ ਜਿਹੜਾ ਬਚਨ ਹੈ ਉਹਨਾਂ ਨੇ ਕਿਹਾ ਸੀ, ਕਹਿਣ ਲੱਗੇ ਜੋ ਕੱਪੜੇ ਨੇ, ਜੋ ਖਾਣਾ ਪੀਣਾ ਹੈ, ਉਹ ਪਹਿਲਾਂ ਹੀ ਗੁਰੂ ਅਰਜਨ ਸਾਹਿਬ ਜੀ ਸ਼ਲੋਕ ਚ ਆਪਾਂ ਪੜ੍ਹ ਚੁੱਕੇ ਆ। ਕਹਿਣ ਲੱਗੇ ਕਾਪੜ ਪੱਤ ਪਰਮੇਸ਼ਰ ਰਾਖੀ, ਮਾਂ ਸ਼ਬਦ ਚੇਤੇ ਕਰ ਲਏ ਬਸ। ਜਿਵੇਂ ਕੱਪੜਾ ਮਨੁੱਖ ਦਾ ਤਨ ਢੱਕਦਾ ਹੈ, ਇੱਜ਼ਤ ਢੱਕਦਾ ਹੈ, ਕਹਿਣ ਲੱਗੇ ਤੇਰੀ ਵੀ ਇੱਜ਼ਤ ਰਹਿੰਦੀ ਦੁਨੀਆ ਤੇ ਹੀ ਟਕੇਗਾ, ਤੂੰ ਸ਼ਬਦ ਪੜ੍ਹੀ। ਫਿਰ ਉਹਨਾਂ ਨੇ ਬਚਨ ਕੀਤਾ, ਤੂੰ ਕਹਿੰਦਾ ਤੇਰੇ ਬੱਚੇ ਮਲੇਸ਼ ਖਾਂਦੇ, ਗੰਦਗੀ ਖਾਂਦੇ, ਉਹਨੂੰ ਆ ਵੀ ਆ ਸ਼ਬਦ ਸੁਣਾਈ, ਭੋਜਨ ਕੀਰਤਨ ਨੀਤ, ਤੇਰਾ ਬੱਚਾ ਭੋਜਨ ਦਾ ਹੀ, ਕੀਰਤਨ ਦਾ ਹੀ ਭੋਜਨ ਕਰੇ। ਫਿਰ ਬਚਨ ਆਉਂਦਾ ਹੈ, ਬੇਟਾ ਤੂੰ ਸਦਾ ਹੀ ਅੰਮ੍ਰਿਤ ਨੂੰ ਪੀਵੀਂ, ਤੂੰ ਅੰਮ੍ਰਿਤਧਾਰੀ ਹੋਵੀਂ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅਨੰਤ ਆਨੰਦਾ। ਕਹਿਣ ਲੱਗੇ ਬੇਟਾ ਮਾਂ ਦੀ ਅਸੀਸ ਹੈ, ਇਸ ਮਾਂ ਦੀ ਅਸੀਸ ਦੇ ਵਿੱਚ ਤੂੰ ਅੰਮ੍ਰਿਤ ਪੀਣਾ ਹੈ। ਤੇ ਦੇਖੋ ਅੱਜ ਦੀ ਮਾਂ ਅੰਮ੍ਰਿਤ ਤੋਂ ਆਪ ਹੀ ਕੰਨੀ ਕਤਰਾਉਂਦੀ ਹੈ, ਬੇਟਾ ਕਿਤੋਂ ਅੰਮ੍ਰਿਤ ਛਕ ਲਏਗਾ। ਹੁਣ ਦੇਖੋ ਤੱਕੋ ਜਲਾ ਰੂਹਾਨੀਅਤ ਦੇ ਵੱਲ। ਮੀਰ ਜਿਹੜੀ ਮੰਨੂ ਦੀ ਜੇਲ੍ਹ ਹੈ, ਉਸ ਦੇ ਅੰਦਰ ਕੀ ਉਹ ਮਾਵਾਂ ਨਹੀਂ ਸੀ ਜੋ ਅੱਜ ਮਾਂ ਬਚਨ ਕਰਦੀ ਹੈ, ਬੇਟਾ ਕਾਪੜ ਪਤ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਤ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅਨੰਤ ਅਨੰਤਾ। ਬੇਟਾ ਤੇਰੀਆਂ ਸਾਰੀਆਂ ਹੀ ਮਨੋਕਾਮਨਾਵਾਂ ਪੂਰੀਆਂ ਹੋ ਜਾਣਗੀਆਂ, ਤੂੰ ਆਪਣਾ ਕੱਪੜਾ ਪਾਉਣਾ, ਆਪਣਾ ਭੋਜਨ ਖਾਣਾ ਤੇ ਅੰਮ੍ਰਿਤ ਪੀਣਾ ਕਦੇ ਨਾ ਛੱਡੀ। ਕਿਹੜੀ ਦੁਨੀਆ ਦੀ ਚੀਜ਼ ਹੈ ਜਿਹੜੀ ਤੇਰੇ ਚਰਨਾਂ ਵਿੱਚ ਮੈਂ ਨਾ ਟੇਕ ਦੇਵਾਂਗਾ। ਵਾਪਸ ਸਿਧਾਂਤ ਵੱਲ ਆਈਏ, ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਉਹ ਕੀ ਮਾਵਾਂ ਨਹੀਂ ਸਨ, ਉਹਨਾਂ ਨੇ ਬੱਚੇ ਆਦਿਕ ਜੋ ਜਨਮ ਦਿੱਤੇ ਸੀ ਉਹ ਸ਼ਹੀਦ ਕਰਨ ਲਈ ਨਹੀਂ ਦਿੱਤੇ ਸੀ ਪਿਆਰਿਓ। ਸ਼ਹੀਦ ਕਰਨ ਲਈ ਬੱਚਾ ਕੋਈ ਵੀ ਮਾਂ ਜਦੋਂ ਅਨੁਭਵ ਹੁੰਦਾ ਹੈ ਮੇਰੇ ਪੇਟ ਦੇ ਅੰਦਰ ਸੰਤਾਨ ਪ੍ਰਗਟਾਵਾ ਲੈ ਚੁੱਕਿਆ ਹੈ, ਉਹ ਮਾਂ ਕਦੇ ਨਹੀਂ ਸੋਚਦੀ ਮੈਂ ਇਸ ਬੱਚੇ ਨੂੰ ਨੇਜੇ ਤੇ ਟੰਗ ਦੇਵਾਂਗੀ, ਉਹ ਮਾਂ ਕਦੇ ਨਹੀਂ ਸੋਚਦੀ ਮੈਂ ਇਸੇ ਟੁਕੜੇ ਕਰਕੇ ਆਪਣੇ ਗਲ ਵਿੱਚ ਪਵਾ ਲਵਾਂਗੀ। ਮੀਰ ਮੰਨੂ ਦੀ ਜੇਲ੍ਹ ਵਿੱਚ ਹੁਣ ਆ ਵੀ ਮਾਵਾਂ ਨੇ ਜਿਨ੍ਹਾਂ ਦੇ ਬੱਚੇ ਉਛਾਲ ਕੇ, ਜਦੋਂ ਬੱਚਾ ਉਛਲਦਾ ਥੱਲੋਂ ਨੇਜਾ ਖੜਾ ਕਰ ਦਿੰਦੇ ਨੇ, ਅਤੇ ਉਸ ਨੇਜੇ ਤੇ ਨਿੱਕੇ ਨਿੱਕੇ ਬੱਚੇ ਨੇ ਜਿਹੜੇ ਟੰਗੇ ਜਾਂਦੇ ਨੇ, ਤੇ ਉਹਨਾਂ ਹੀ ਬੱਚਿਆਂ ਨੂੰ ਫਿਰ ਟੁਕੜੇ ਕੀਤੇ ਜਾਂਦੇ ਨੇ। ਟੁਕੜੇ ਕਰਕੇ ਹਾਰ ਪਰੋ ਕੇ ਉਹਨਾਂ ਮਾਵਾਂ ਦੇ ਗਲਾਂ ਵਿੱਚ ਪਾਏ ਜਾਂਦੇ ਨੇ, ਅਤੇ ਜਿਹੜੇ ਨਾੜੀਆਂ ਆਂਦੜੀਆਂ ਨੇ ਉਹ ਸਾਰੀਆਂ ਆਂਦੜੀਆਂ ਇਕੱਠੀਆਂ ਕਰਕੇ ਉਹਨਾਂ ਮਾਵਾਂ ਦੇ ਗਲ ਵਿੱਚ ਪਾ ਦਿੱਤੀਆਂ ਜਾਂਦੀਆਂ ਨੇ। ਉਹੀ ਮਾਵਾਂ ਨੇ ਜੋ ਕਹਿੰਦੀਆਂ ਨੇ ਇਹਨਾਂ ਨੇ ਸ਼ਬਦ ਆਹ ਚੇਤੇ ਕੀਤਾ ਸੀ, ਜੋ ਸ਼ਬਦ ਆਪਾਂ ਪੜ੍ਹਿਆ ਹੈ ਇਹਨਾਂ ਮਾਵਾਂ ਨੇ ਆਹ ਸ਼ਬਦ ਚੇਤੇ ਕਰਿਆ ਹੈ। ਅਤੇ ਜਦੋਂ ਦੇਖੋ ਟੁਕੜੇ ਗਲਾਂ ਵਿੱਚ ਨੇ, ਆਂਦੜੀਆਂ ਦਾ ਹਾਰ ਵੀ ਪਾਇਆ ਹੈ, ਤੇ ਫਿਰ ਅਰਦਾਸ ਕੀ ਕਰਦੀਆਂ ਨੇ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਬੀਤਿਆ ਪੈਰ ਨਾ ਸੁੱਖ ਦਾ ਬਤੀਤ ਹੋਇਆ ਹੈ, ਅਗਲਾ ਪੈਰ ਸੁੱਖ ਦਾ ਬਤੀਤ ਕਰ ਦਈ ਤੇਰੀ ਰਜ਼ਾ ਅੰਦਰ। ਤੇ ਕੋਈ ਪੁੱਛਣ ਵਾਲਾ ਹੋਵੇ ਵੀ ਮਾਈਓ ਦੱਸੋ ਖਾਂ ਕਿਹੜਾ ਪੈਰ ਸੁੱਖ ਦਾ ਬਤੀਤ ਹੋ ਗਿਆ, ਤੇ ਕਹਿਣ ਲੱਗੀਆਂ ਜਿਹੜਾ ਪੈਰ ਬੀਤ ਗਿਆ ਪਰਮਾਤਮਾ ਨੇ ਜਿਹੜੇ ਸਾਨੂੰ ਦਾਤਾਂ ਦਿੱਤੀਆਂ, ਜਿਹੜੇ ਟੁਕੜੇ ਹੋ ਕੇ ਸਾਡੇ ਗਲਾਂ ਅੰਦਰ ਪੈ ਗਏ ਐ, ਪਰਮਾਤਮਾ ਜੀ ਤੁਹਾਡੀ ਦਿੱਤੀ ਹੋਈ ਦਾਤਾਂ ਸੀ, ਤੁਹਾਨੂੰ ਦਿੱਤੀ ਇਸ ਦਾਤਾਂ ਨੂੰ ਸੰਭਾਲਦੇ ਹੋਇਆ ਜੇ ਕੋਈ ਭੁੱਲ ਹੋ ਗਈ ਤਾਂ ਸਾਨੂੰ ਬਖਸ਼ ਲਿਓ। ਉਹੀ ਮਾਂ ਹੈ, ਕਹਿਣ ਲੱਗੇ ਕਾਪੜ ਪਤ ਪਰਮੇਸ਼ਰ ਰਾਖੀ, ਭੋਜਨ ਨਾਨਕ ਨੀਤ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅਨੰਤ ਅਨੰਤਾ। ਐ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ਼ੁਕਰ ਹੈ ਤੁਹਾਡਾ, ਅਸੀਂ ਮਾਫੀ ਮੰਗਦੇ ਹਾਂ ਕਿ ਗੱਲ ਦੀ, ਸਾਨੂੰ ਖਿਮਾ ਕਰਿਓ। ਹੁਣ ਮਾਫੀ ਕਾਹਦੀ ਮੰਗਦੀਆਂ ਨੇ, ਉਹ ਕਮਾਈ ਵਾਲੀ ਮਾਵਾਂ ਨੇ। ਮਾਓ ਜੀ ਦੱਸੋ ਅੱਜ ਤੁਸੀਂ ਮਾਫੀ ਕਾਹਦੀ ਮੰਗਦੀਆਂ ਨੇ? ਮਾਫੀ ਅਸੀਂ ਤਾਂ ਮੰਗਦੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡੀ ਦਾਤਾਂ ਇਹਨਾਂ ਬੱਚਿਆਂ ਨੂੰ ਸੰਭਾਲਦੇ ਹੋਇਆਂ ਨਾ ਅਨੇਕ ਤਰ੍ਹਾਂ ਦੀ ਭੁੱਲਾਂ ਰਹਿ ਗਈਆਂ ਹੋਣੀਆਂ ਸਾਡੇ ਤੋਂ, ਅੱਜ ਨਾ ਭੁੱਲਾਂ ਬਖਸ਼ ਲਈ। ਜੇ ਸਾਨੂੰ ਸਾਡੀਆਂ ਭੁੱਲਾਂ ਬਖਸ਼ ਲੀਆਂ ਨਾ, ਅਸੀਂ ਸਮਝ ਲਵਾਂਗੇ ਵੀ ਸਾਡੇ ਬੱਚੇ ਵੀ ਪ੍ਰਵਾਨ, ਤੇ ਅੱਜ ਸਤਿਗੁਰੂ ਤੇਰੇ ਦਰ ਤੇ ਅਸੀਂ ਵੀ ਪ੍ਰਵਾਨ।
ਕਹਿਣ ਲੱਗੇ ਸਦਾ ਹੀ ਕੰਨੀ ਨਹੀਂ ਕਤਰਾਉਣਾ। ਜਦੋਂ ਹੀ ਸ਼ਬਦ ਪੜ੍ਹਨਾ ਕੰਨੀ ਨਹੀਂ ਕਤਰਾਉਣਾ। ਅਸਲ ਵਿੱਚ ਜਦੋਂ ਆਪਾਂ ਅੰਮ੍ਰਿਤ ਦੀ ਗੱਲ ਕਰਦੇ ਹਾਂ, ਕਿਉਂਕਿ ਅੱਜ ਵਿਸਾਖੀ ਹੈ, ਮੈਂ ਨਾਲ ਦੀ ਨਾਲ ਬੇਨਤੀ ਕਰ ਦੇਵਾਂ, ਤੇ ਜਦੋਂ ਵੀ ਅੰਮ੍ਰਿਤ ਛਕਣਾ ਹੈ, ਜਦੋਂ ਕੋਈ ਕਿਸੇ ਨੂੰ ਆਖਦਾ ਹੈ ਵੀ ਛਕ ਖਾਂ, ਅੱਗੋਂ ਬਚਨ ਹੁੰਦਾ ਮੇਰੀ ਉਮਰ ਨਹੀਂ, ਜਦੋਂ ਉਮਰ ਹੋਵੇਗੀ ਮੈਂ ਛਕਾਂਗਾ। ਉਦੋਂ ਹਰੇਕ ਤਰੀਕੇ ਦਾ ਕਰਮ ਪਿਆ ਕਰਦਾ ਹੈ। ਜਦੋਂ ਉਮਰ ਬੱਧੀ ਬੀਤ ਜਾਂਦੀ ਹੈ, ਫਿਰ ਜਦੋਂ ਅੰਮ੍ਰਿਤ ਛਕਦਾ ਹੈ, ਜਦੋਂ ਉਹਨਾਂ ਦੇ ਬੱਚੇ ਉਹਨਾਂ ਨੂੰ ਉਹ ਜੀ ਸੰਗਤ ਰਲ ਕੇ ਉਹਨਾਂ ਨੂੰ ਖਰਾਬ ਕਰਦੇ ਨੇ, ਉਦੋਂ ਬੱਚਿਆਂ ਨੂੰ ਸਮਝਾਉਂਦੇ, ਬੱਚਿਓ ਤੁਸੀਂ ਗੁਰੂ ਵਾਲੇ ਬਣ ਜਾਓ। ਫਿਰ ਮਾਤਾ ਪਿਤਾ ਨੂੰ ਪੁੱਛਣ ਵਾਲਾ, ਇਹਨਾਂ ਦੀ ਉਮਰ ਵਿੱਚ ਤੁਸੀਂ ਕੀ ਕੀਤਾ ਸੀ? ਸੱਚ ਗੱਲ ਹੈ ਪਿਆਰਿਓ। ਕਹਿਣ ਲੱਗੇ ਦੱਸ ਖਾਂ, ਜੋ ਮਾਂ ਆਪ ਕੰਨੀ ਕਤਰਾਉਂਦੀ ਹੈ, ਉਮਰ ਬੀਤਿਆਂ ਬੱਧੀ ਬੀਤ ਕੇ ਉਮਰ ਨੂੰ ਫਿਰ ਜਾ ਕੇ ਅੰਮ੍ਰਿਤਧਾਰੀ ਹੋਈ, ਕਿ ਬੱਚੇ ਨੇ ਉਹਦੇ ਵੱਲ ਕਦੇ ਤੱਕਿਆ ਨਹੀਂ ਹੋਣਾ, ਪਿਤਾ ਵੱਲ ਕਦੇ ਤੱਕਿਆ ਨਹੀਂ ਹੋਣਾ। ਕਹਿਣ ਲੱਗੇ ਇਸ ਵਿਸਾਖ ਦੇ ਮਹੀਨੇ ਤੇ ਪਿਆਰੇ ਤੱਖੋਂ ਕਾਂ, ਉਸ ਪਰਮਾਤਮਾ ਨੇ ਕਿਤੇ ਕਿਰਪਾ ਕਰਕੇ ਸਭ ਤੋਂ ਸਿਰੇ ਦੀ ਰੁੱਤ ਹੁੰਦੀ ਆ ਵਾਲੀ। ਹੁਣ ਦੇਖੋ ਲੰਧੇਰੇ ਸਮੇਂ ਤੋਂ ਜ਼ਮੀਂਦਾਰ ਫਸਲ ਨੂੰ ਪਾਲਦਾ ਹੈ, ਪਾਣੀ ਆਦਿਕ ਰੋਗਾਂ ਤੋਂ ਵੀ ਉਸ ਨੂੰ ਬਚਾਉਂਦਾ ਹੈ, ਪਰ ਜਦੋਂ ਆ ਪੱਕ ਜਾਂਦੀ ਆਪਣੇ ਮਾਲਕ ਦੇ ਅੱਗੇ ਸੀਸ ਝੁਕਾ ਦਿੰਦੀ ਹੈ ਜੀ। ਹੁਣ ਦੇਖਿਓ ਚਾਰੇ ਮੇਰ ਇਸ ਫਸਲ ਨੇ ਆਪਣਾ ਸੀਸ ਝੁਕਾ ਦਿੱਤਾ ਹੈ ਤੇ ਕਹਿਣ ਲੱਗੀ ਪਿਆਰਿਆ ਅੱਜ ਮੈਨੂੰ ਵੱਢ ਲੈ, ਮੈਂ ਪੱਕ ਚੁੱਕੀ ਹਾਂ। ਤੇ ਵਿਸਾਖੀ ਦੇ ਪੁਰਬ ਤੇ ਆਪਾਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਗੇ ਬੇਨਤੀ ਕਰੀ, ਸਤਿਗੁਰੂ ਜੀ ਚਲੋ ਪਿੱਛੇ ਜੋ ਹੋ ਗਿਆ ਸੋ ਹੋ ਗਿਆ, ਸਾਨੂੰ ਅੱਜ ਬਖਸ਼ ਲਿਓ। ਤੇਰੇ ਦਿੱਤੀਆਂ ਦਾਤਾਂ ਦੇ ਵਿੱਚ ਉਹਨੂੰ ਰੱਖਦਿਆਂ ਦੇ ਉੱਤੇ ਮੇਥੋਂ ਕੋਈ ਗਲਤੀ ਹੋ ਗਈ ਤਾਂ ਮੈਨੂੰ ਬਖਸ਼ ਦਿਓ। ਜਿਵੇਂ ਅੱਜ ਸਾਰੀ ਦੀ ਸਾਰੀ ਫਸਲ ਆਪਣੇ ਮਾਲਕ ਅੱਗੇ ਝੁਕ ਗਈ ਹੈ, ਅੱਜ ਮੇਰਾ ਵੀ ਸੀਸ ਤੇਰੇ ਅੱਗੇ ਝੁਕ ਗਿਆ ਹੈ, ਮੈਨੂੰ ਅੰਮ੍ਰਿਤਧਾਰੀ ਬਣਾ ਦਿਓ ਜੀ। ਇੰਨੀਆਂ ਕੁ ਬੇਨਤੀਆਂ ਗੁਰੂ ਸਾਧ ਸੰਗਤ ਜੀ ਪ੍ਰਵਾਨ ਕਰਿਓ। ਹੋਈਆਂ ਭੁੱਲਾਂ ਦੀ ਖਿਮਾ, ਗਲਤੀਆਂ ਦੀ ਮਾਫੀ। ਆਓ ਗੱਜ ਵੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।